ਕਿਤੇ ਤੁਸੀਂ ਵੀ ਚੱਕਰਾਂ 'ਚ ਤਾਂ ਨਹੀਂ ਪੈ ਗਏ ਕਿ 2000 ਦੇ ਨੋਟ ਬੰਦ ਹੋ ਗਏ ਹੈ, ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪਏ ਹੋਏ ਨੇ, ਇਸ ਨੂੰ ਕਿਵੇਂ ਚਲਾਇਆ ਜਾ ਸਕੇ, ਜਾਂ ਫਿਰ ਕੀ ਇਹਦੀ ਸਕੀਮ ਹੈ ਜੋ ਆਰਬੀਆਈ ਨੇ ਕੱਢੀ ਹੈ, ਕੀ ਸ਼ਰਤਾਂ ਨੇ, ਜਾਂ ਫਿਰ ਕੀ ਜਿਹੜੇ ਰੂਲ ਬਣਾਏ ਗਏ ਨੇ। ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਸਾਰੀ ਜਾਣਕਾਰੀ ਦੇਵਾਂਗੇ। ਆਮ ਸਵਾਲ ਜਿਹੜੇ ਹੈਗੇ ਤੁਹਾਡੇ ਮਨਾਂ ਦੇ ਵਿੱਚ, ਉਸ ਨੂੰ ਮੈਂ ਉਜਾਗਰ ਕਰਾਂਗਾ। ਸਭ ਤੋਂ ਪਹਿਲਾਂ ਇਹ ਸਵਾਲ ਤੁਹਾਡੇ ਮਨ ਦੇ ਵਿੱਚ ਹੋਵੇਗਾ ਕਿ ਜੇਕਰ ਮੇਰੇ ਕੋਲ 2000 ਦੇ ਨੋਟ ਹੈਗੇ ਹੈ ਤਾਂ ਮੈਂ ਇਸ ਦਾ ਕੀ ਕਰਾਂਗਾ। ਤਾਂ ਜਵਾਬ ਇਹ ਹੈ ਕਿ ਆਰਬੀਆਈ ਨੇ ਕਿਹਾ ਹੋਇਆ ਕਿ 30 ਸਤੰਬਰ 2023 ਤੱਕ 23 ਮਈ ਤੋਂ ਸ਼ੁਰੂ ਹੋ ਜਾਵੇਗਾ। ਅੱਜ ਤੋਂ ਠੀਕ 3 ਦਿਨ ਬਾਅਦ ਤੁਸੀਂ ਬੈਂਕ ਦੇ ਵਿੱਚ ਜਾ ਕੇ, ਕੋਈ ਵੀ ਬੈਂਕ ਦੇ ਵਿੱਚ ਜਾ ਕੇ ਆਪਣੇ ਨੋਟ ਐਕਸਚੇਂਜ ਕਰਵਾ ਸਕਦੇ ਹੋ, 2000 ਦੇ ਨੋਟ ਜਮ੍ਹਾਂ ਕਰਵਾ ਸਕਦੇ ਹੋ। ਤਾਂ ਆਰਬੀਆਈ ਦੀ ਵੀ 19 ਬ੍ਰਾਂਚਾਂ ਹੈਗੀਆਂ, ਉਹਨਾਂ ਦੇ ਵਿੱਚ ਵੀ ਤੁਸੀਂ ਸਿੱਧਾ ਜਾ ਕੇ ਆਪਣੇ ਨੋਟ ਐਕਸਚੇਂਜ ਕਰਵਾ ਸਕਦੇ ਹੋ। ਤਾਂ ਹੁਣ ਇੱਥੇ ਇਹ ਵੀ ਸਵਾਲ ਹੈਗਾ ਕਿ ਬੈਂਕ ਦੇ ਵਿੱਚ ਕਿੰਨੇ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਨੇ। ਸਿਰਫ ਮੈਂ ਇੱਥੇ ਜ਼ਿਕਰ ਕਰ ਰਿਹਾ ਜਮ੍ਹਾਂ ਦੀ, ਕਿ ਕੀ ਤੁਸੀਂ ਨੋਟ ਜਿਹੜੇ ਹੈਗੇ 2000 ਦੇ ਕਿੰਨੇ ਜਮ੍ਹਾਂ ਕਰਵਾ ਸਕਦੇ। ਤਾਂ ਜੋ ਆਰਬੀਆਈ ਦੀ ਗਾਈਡਲਾਈਨ ਹੈਗੀ ਹੈ ਉਸ ਦੇ ਮੁਤਾਬਕ ਹਰੇਕ ਬੈਂਕ ਜਿਹੜਾ ਹੈਗਾ ਆ ਉਹ ਬਿਨਾਂ ਪੈਨ ਕਾਰਡ ਤੋਂ 49,999 ਯਾਨੀ ਕਿ 50,000 ਤੋਂ ਘੱਟ ਦੀ ਰਾਸ਼ੀ ਜਿਹੜੀ ਹੈ ਉਹ ਜਮ੍ਹਾਂ ਕਰਦਾ ਹੈ, ਤੇ ਪੈਨ ਕਾਰਡ ਦੇ ਨਾਲ 1 ਸਾਲ ਦੇ ਅੰਦਰ ਅੰਦਰ 10 ਲੱਖ ਰੁਪਏ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। 2-2000 ਦੇ ਨੋਟ ਹੋਣ ਚਾਹੇ ਜਿੰਨੇ ਮਰਜ਼ੀ ਹੋਣ। ਤਾਂ ਫਿਲਹਾਲ ਇੱਥੇ 2000 ਦਾ ਜ਼ਿਕਰ ਹੋ ਰਿਹਾ, ਤਾਂ ਤੁਸੀਂ 2000 ਦੀ ਜੇਕਰ ਤੁਹਾਡੇ ਤੋਂ ਇੰਨੀ ਅਮਾਊਂਟ ਹੈ ਤਾਂ ਤੁਸੀਂ ਬਿਨਾਂ ਪੈਨ ਕਾਰਡ ਤੋਂ 49,999 ਤੱਕ ਦੀ ਰਾਸ਼ੀ ਜਿਹੜੀ ਜਮ੍ਹਾਂ ਕਰਵਾ ਸਕਦੇ ਹੋ, ਜਾਂ ਫਿਰ ਬੈਂਕ ਦੇ ਵਿੱਚ ਤੁਸੀਂ ਪੈਨ ਕਾਰਡ ਦੇ ਨਾਲ 10 ਲੱਖ ਦੀ, ਜੇਕਰ 10 ਲੱਖ ਤੋਂ ਵੱਧ ਹੁੰਦੀ ਹੈ ਤਾਂ ਇਨਕਮ ਟੈਕਸ ਤੁਹਾਨੂੰ ਜਿਹੜਾ ਹੈਗਾ ਨੋਟਿਸ ਜਾਰੀ ਕਰ ਸਕਦੀ ਹੈ। ਇਹ ਸਿਰਫ ਬਚਤ ਖਾਤੇ ਦੇ ਵਿੱਚ ਹੋ ਰਿਹਾ, ਤੇ ਜਿਹੜਾ ਕਰੰਟ ਅਕਾਊਂਟ ਹੈਗਾ ਜੇ ਕੋਈ ਬਿਜ਼ਨਸ ਕਰ ਰਿਹਾ ਤਾਂ ਉਸ ਦੇ ਲਈ ਕੋਈ ਸ਼ਰਤ ਨਹੀਂ ਹੈ, ਉਹ ਜਿੰਨਾ ਮਰਜ਼ੀ ਲੈਣ ਦੇਣ ਜਿਹੜਾ ਕਰ ਸਕਦਾ, ਜਿੰਨੇ ਮਰਜ਼ੀ ਨੋਟ ਜਮ੍ਹਾਂ ਕਰਵਾ ਸਕਦਾ ਹੈ। ਤਾਂ ਇਸ ਤੋਂ ਬਾਅਦ ਹੁਣ ਇੱਕ ਹੋਰ ਸਵਾਲ ਹੁੰਦਾ ਹੈ ਕਿ ਜਦੋਂ ਨੋਟ ਐਕਸਚੇਂਜ ਕਰਵਾਉਣ ਦਾ ਵੀ ਇੱਕ ਮੌਕਾ ਦਿੱਤਾ ਗਿਆ ਆਰਬੀਆਈ ਨੇ ਕਿ ਨੋਟ ਤੁਸੀਂ ਬਦਲ ਸਕਦੇ ਹੋ ਆਪਣੇ, ਤਾਂ ਉਸ ਲਈ ਸ਼ਰਤ ਇਹ ਰੱਖੀ ਹੋਈ ਹੈ ਕਿ 2000 ਦੇ ਨੋਟ ਜਿਹੜੇ ਹੈ ਉਹ 10 ਹੋਣੇ ਚਾਹੀਦੇ ਹੈ। 10 ਤੋਂ ਵੱਧ ਨੋਟ ਜਿਹੜੇ ਆ ਨਹੀਂ ਬਦਲੇ ਜਾ ਸਕਦੇ। ਜੇਕਰ ਹੁਣ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਤੋਂ 10 ਤੋਂ ਵੱਧ ਨੋਟ ਹੈਗੇ, ਯਾਨੀ ਕਿ 20,000 ਤੋਂ ਵੱਧ ਨੋਟ ਅਮਾਊਂਟ ਹੈਗੀ ਹੈ 2-2000 ਦੀ, ਤਾਂ ਉਸ ਦਾ ਕੀ ਕੀਤਾ ਜਾਏ। 10 ਜਿਹੜੇ ਹੈਗੇ ਨੋਟ ਉਹ ਤੁਸੀਂ ਬਦਲਾ ਲਵੋਗੇ, ਉਹਦੇ ਬਦਲੇ ਤੁਹਾਨੂੰ 500 ਦੇ ਨੋਟ ਮਿਲ ਜਾਣਗੇ, ਜਾਂ ਫਿਰ ਹੋਰ 200 ਦੇ ਜਾਂ ਫਿਰ 100 ਦੇ ਨੋਟ ਮਿਲ ਜਾਣਗੇ। ਤੇ ਜਿਹੜੀ ਬਾਕੀ ਉਸ ਤੋਂ ਬਾਅਦ ਬਚਦੀ ਹੈ ਉਸ ਨੂੰ ਤੁਸੀਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਵੀ ਕਰਵਾ ਸਕਦੇ ਹੋ, ਅਜਿਹਾ ਆਪਸ਼ਨ ਦਿੱਤਾ ਹੋਇਆ। ਤਾਂ ਹੁਣ ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਮੈਂ ਬਾਜ਼ਾਰ ਦੇ ਵਿੱਚ ਇਸ ਦਾ ਕੋਈ ਲੈਣ ਦੇਣ ਕਰ ਸਕਦਾ 2000 ਦਾ ਨੋਟ, ਕਿਉਂਕਿ ਆਰਬੀਆਈ ਨੇ ਤਾਂ ਕਹਿਤਾ ਕਿ ਇਹ ਚਲਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਇਸ ਦੀ ਛਪਾਈ ਹੁਣ ਦੁਬਾਰਾ ਨਹੀਂ ਹੋਵੇਗੀ। ਤਾਂ ਸਵਾਲ ਇਹ ਹੈ ਕਿ ਮੈਂ 2000 ਦਾ ਨੋਟ ਦੇ ਨਾਲ ਕੋਈ ਖਰੀਦ ਫਰੋਖਤ ਕਰ ਸਕਦਾ। ਤਾਂ ਇਸ ਦੇ ਵਿੱਚ ਜਵਾਬ ਇਹ ਦਿੱਤਾ ਗਿਆ ਆਰਬੀਆਈ ਵੱਲੋਂ ਕਿ ਫਿਲਹਾਲ ਤਾਂ ਇਹ ਜਿਹੜੇ ਵੈਧ ਹੈਗਾ ਹੈ ਨੋਟ ਚੱਲ ਰਿਹਾ ਬਾਜ਼ਾਰਾਂ ਦੇ ਵਿੱਚ, 30 ਸਤੰਬਰ ਤੱਕ ਹੀ ਤੁਸੀਂ ਜਿਹੜਾ ਹੈ ਇਸ ਨੂੰ ਜਿਹੜਾ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਤੇ ਉਹਦੇ ਬਦਲੇ ਜਿਹੜਾ ਹੈਗਾ ਆ ਹੁਣ ਮੌਜੂਦਾ ਸਥਿਤੀ ਵਿੱਚ ਤੁਸੀਂ ਇਸ ਦਾ ਨੋਟ ਨੂੰ ਜਿਹੜਾ ਹੈਗਾ ਦੁਕਾਨਾਂ ਤੇ ਚਲਾ ਸਕਦੇ ਹੋ। ਤੁਸੀਂ ਦੁਕਾਨਦਾਰ ਜੇ ਕੋਈ ਤੁਹਾਨੂੰ ਦਿੰਦਾ ਤੁਹਾਨੂੰ ਲੈਣਾ ਵੀ ਪਵੇਗਾ। ਤਾਂ ਜੇਕਰ ਹੁਣ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਕੋਈ 2000 ਦਾ ਨੋਟ ਲੈਣ ਤੋਂ ਮਨਾ ਕਰ ਦੇਵੇ, ਜਾਂ ਤੁਸੀਂ ਲੈਣ ਤੋਂ ਮਨਾ ਕਰ ਦਵੋ ਜਾਂ ਅੱਗੇ ਦੁਕਾਨਦਾਰ, ਤਾਂ ਫਿਰ ਕੀ ਹੋਵੇਗਾ। ਤਾਂ ਕਰੰਸੀ ਐਕਟ ਦੀ ਇੱਕ ਧਾਰਾ ਹੈਗੀ ਹੈ 499A 499E, ਇਹ ਦੋ ਧਾਰਾਵਾਂ ਹੈਗੀਆਂ। ਇਸ ਦੇ ਤਹਿਤ ਤੁਸੀਂ ਜਿਹੜਾ ਨੋਟ ਲੈਣ ਤੋਂ ਮਨਾ ਕਰ ਰਿਹਾ ਉਸ ਦੇ ਖਿਲਾਫ ਕਾਰਵਾਈ ਕਰਵਾ ਸਕਦੇ ਹੋ। ਤਾਂ ਹੁਣ ਜੇਕਰ ਦੇਖਿਆ ਜਾਵੇ ਤਾਂ 2000 ਦੇ ਨੋਟ ਬੰਦ ਹੋ ਗਏ। ਜ਼ਿਆਦਾ ਹਾਹਾਕਾਰ ਨਹੀਂ ਮਚੀ ਦੇਸ਼ ਦੇ ਵਿੱਚ ਜਦੋਂ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ 500 ਦੇ 1000 ਦੇ ਨੋਟ ਬੰਦ ਨੇ। ਤਾਂ ਹੁਣ ਆਰਬੀਆਈ ਨੇ ਇੱਕ ਤਾਂ ਮੌਕਾ ਦੇ ਦਿੱਤਾ, 30 ਸਤੰਬਰ ਤੱਕ ਤੁਸੀਂ ਚੇਂਜ ਕਰਵਾ ਸਕਦੇ ਹੋ, ਜਮ੍ਹਾਂ ਕਰਵਾ ਸਕਦੇ ਹੋ। ਤਾਂ ਉਦੋਂ ਜਦੋਂ 8 ਨਵੰਬਰ 2016 ਦੇ ਵਿੱਚ ਜ਼ਿਕਰ ਕੀਤਾ ਗਿਆ ਸੀ, ਉਦੋਂ ਅਮਾਊਂਟ ਜਿਹੜੀ ਹੈਗੀ ਹੈ ਉਹ 500 ਰੁਪਏ ਨੋਟ ਸੀ, ਜਾਂ ਫਿਰ 1000 ਦੇ ਨੋਟ ਸੀ। ਤਾਂ ਇਹ ਨੋਟ ਜਿਹੜੇ ਹੈ ਆਮ ਵਿਅਕਤੀ ਦੇ ਕੋਲ ਹਮੇਸ਼ਾ ਹੀ ਹੁੰਦੇ ਨੇ, ਕਿ ਆਮ ਘਰਾਂ ਦੇ ਲੋਕ ਹੈਗੇ ਜਾਂ ਫਿਰ ਕੋਈ ਬਹੁਤ ਹੀ ਜਿਹੜਾ ਹੈ ਉਹ ਗਰੀਬੀ ਪੱਧਰ ਦੇ ਵਿੱਚ ਹੈਗਾ, ਤਾਂ ਉਸ ਨੂੰ ਵੀ ਜਿਹੜਾ ਹੈ ਉਸ ਤੋਂ ਵੀ 500 ਦੇ ਨੋਟ ਹੁੰਦੇ ਨੇ। ਤਾਂ ਇਸ ਕਰਕੇ 2-2000 ਦੇ ਨੋਟ ਬਹੁਤ ਹੀ ਘੱਟ ਲੋਕ ਜਿਹੜੇ ਆਪਣੀ ਜੇਬ ਦੇ ਵਿੱਚ ਰੱਖਦੇ ਨੇ, ਇੱਕ ਤਬਕਾ ਜਿਹੜਾ ਹੈਗਾ ਉਹ ਹੀ ਰੱਖ ਪਾਉਂਦਾ ਹੈ। ਤਾਂ ਫਿਲਹਾਲ ਇਸ ਕਰਕੇ ਕਿ ਨੋਟ ਦੀ ਜਿਹੜੀ ਹੈ ਉਹ ਵੈਲਿਊ ਜ਼ਿਆਦਾ ਹੈ, 2-2000 ਦਾ ਨੋਟ ਹੈ, ਤੇ ਜਦੋਂ ਪਹਿਲਾਂ ਨੋਟਬੰਦੀ ਹੋਈ ਸੀ ਉਦੋਂ 500 ਦੇ ਨੋਟ ਸੀ, ਇਸ ਕਰਕੇ ਲਾਈਨਾਂ ਵੀ ਲੰਬੀਆਂ ਲੱਗੀਆਂ ਸੀ ਤੇ ਲੋਕ ਜਿਹੜੇ ਆ ਖੱਜਲ ਖੁਆਰ ਵੀ ਜ਼ਿਆਦਾ ਹੋਏ ਸੀ। ਤਾਂ ਹੁਣ ਕੀ ਹੈ ਕਿ ਜਦੋਂ ਹੁਣ 19 ਮਈ 2023 ਨੂੰ ਐਲਾਨ ਹੁੰਦਾ ਹੈ ਤਾਂ ਉਸ ਦੇ ਵਿੱਚ ਕੀ ਦੱਸਿਆ ਜਾਂਦਾ ਹੈ ਕਿ 2-2000 ਦੇ ਜਿਹੜੇ ਨੋਟ ਹੈ ਉਹ ਬੰਦ ਤਾਂ ਕਰ ਦਿੱਤੇ ਆ, ਪਰ ਇਹ ਵੈਲਿਡ ਰਹਿਣਗੇ, 30 ਸਤੰਬਰ ਤੱਕ ਵੈਲਿਡ ਰਹਿਣਗੇ। ਉਸ ਤੋਂ ਬਾਅਦ ਕੀ ਹੋਵੇਗਾ ਇਹ ਆਰਬੀਆਈ ਅਗਲੀ ਜਾਣਕਾਰੀ ਦੇ ਵਿੱਚ ਜ਼ਰੂਰ ਦੱਸੇਗਾ। ਤੇ ਜੇਕਰ ਦੇਖਿਆ ਜਾਵੇ ਤਾਂ 2000 ਦੇ ਨੋਟ ਆਮ ਵਿਅਕਤੀ ਦੇ ਕੋਲ ਜ਼ਿਆਦਾ ਮਾਤਰਾ ਦੇ ਵਿੱਚ ਵੀ ਨਹੀਂ ਹੁੰਦੇ, ਚਾਹੇ 1 ਜਾਂ 2 ਨੋਟ ਹੋਵੇਗਾ ਕਿਸੇ ਆਮ ਵਿਅਕਤੀ ਦੇ ਕੋਲ ਆਪਣੀ ਜੇਬ ਦੇ ਵਿੱਚ। ਤਾਂ ਫਿਲਹਾਲ ਨੋਟ ਬਦਲਣ ਦੇ ਲਈ ਵੀ ਤੁਹਾਨੂੰ ਸਮਾਂ ਜਿਹੜਾ 130 ਦਿਨ ਦਾ ਮਿਲ ਚੁੱਕਿਆ
ਤੇ ਇਸ ਦੇ ਬਦਲੇ ਤੁਹਾਡੇ ਤੋਂ ਇੱਕ ਵਿਕਲਪ ਹੋਰ ਵੀ ਹੈਗਾ, ਇੱਕ ਆਪਸ਼ਨ ਹੋਰ ਵੀ ਹੈਗੀ ਹੈ ਕਿ 500 ਦੇ ਵੀ ਨੋਟ ਹੈਗੇ ਨੇ, ਬਾਜ਼ਾਰਾਂ ਦੇ ਵਿੱਚ ਚੱਲ ਰਹੇ ਨੇ, ਫਿਰ 200 ਦਾ ਵੀ ਨੋਟ ਹੈਗਾ ਤੇ 1000 ਦਾ ਵੀ ਨੋਟ ਹੈਗਾ। ਤਾਂ ਇਹ ਫਰਕ ਹੈਗਾ। ਤਾਂ ਜਦੋਂ ਮੈਂ ਜ਼ਿਕਰ ਕਰਾਂ ਕਿ ਜਦੋਂ ਨੋਟਬੰਦੀ ਹੋਈ ਸੀ ਤਾਂ ਨੋਟਬੰਦੀ ਤੋਂ ਬਾਅਦ ਜੋ ਛਾਪੇ ਗਏ ਸੀ ਤਕਰੀਬਨ 7.40 ਲੱਖ ਕਰੋੜ ਰੁਪਏ ਦੇ 2-2000 ਦੇ ਜਿਹੜੇ ਨੋਟ ਹੈਗੇ ਨੇ, ਇੰਨੀ ਵੈਲਿਊ ਸੀ 7.40 ਲੱਖ ਕਰੋੜ। ਤਾਂ ਇਹ ਵੈਲਿਊ ਦੇ ਨੋਟ 370 ਕਰੋੜ ਛਾਪੇ ਗਏ ਸੀ 2-2000 ਦੇ। ਯਾਨੀ ਕਿ ਜੇਕਰ ਭਾਰਤ ਦੀ ਬਾਜ਼ਾਰ ਕਰੰਸੀ ਦੇ ਵਿੱਚ ਜ਼ਿਕਰ ਕੀਤਾ ਜਾਵੇ ਤਾਂ 2-2000 ਦੇ ਨੋਟ ਸਿਰਫ 11% ਹੀ ਨੇ। ਤਾਂ ਇਹ ਛਾਪੇ ਜਿਹੜੇ ਆ 2000 ਨੋਟਬੰਦੀ ਤੋਂ ਬਾਅਦ ਆਰਬੀਆਈ ਨੇ 370 ਕਰੋੜ ਨੋਟ ਜਿਹੜੇ ਆ 2-2000 ਦੇ ਛਾਪੇ ਸੀ, ਜਿਸ ਦੀ ਵੈਲਿਊ ਬਣਦੀ ਹੈ 7.40 ਲੱਖ ਕਰੋੜ। ਤੇ ਇਸ ਤੋਂ ਬਾਅਦ ਜਦੋਂ ਨੋਟਬੰਦੀ ਹੁੰਦੀ ਹੈ ਤਾਂ ਇੱਕ ਜਿਹੜਾ ਸਰਕਾਰ ਨੂੰ ਝਟਕਾ ਵੀ ਲੱਗਦਾ ਹੈ ਕਿ ਬਲੈਕ ਮਨੀ ਨੂੰ ਰੋਕਣ ਦੇ ਲਈ ਕੀਤਾ ਗਿਆ ਸੀ, ਪਰ 1000 ਤੇ 500 ਦੇ ਜਿਹੜੇ ਨੋਟ ਹੈਗੇ ਆ 99.3% ਜਿਹੜੇ ਆ ਉਹ ਵਾਪਸ ਆਰਬੀਆਈ ਨੂੰ ਆ ਗਏ ਸੀ। ਤਾਂ ਇਸ ਨੋਟਬੰਦੀ ਦਾ ਜ਼ਿਆਦਾ ਫਾਇਦਾ ਨਹੀਂ ਸੀ ਹੋਇਆ। ਤਾਂ ਇਹ ਉਦੋਂ ਤੋਂ ਹੀ ਤੈਅ ਹੋ ਗਿਆ ਸੀ ਕਿ ਜਿਹੜੀ 2000 ਦੇ ਨੋਟ ਜਾਰੀ ਕੀਤੇ ਆ ਆਰਬੀਆਈ ਨੇ, ਇਹ ਜਿਹੜੇ ਆ ਦੁਬਾਰਾ ਬੰਦ ਹੋ ਜਾਣਗੇ। ਇਹ ਉਦੋਂ ਹੀ ਤੈਅ ਹੋ ਗਿਆ ਸੀ। ਇਸ ਕਰਕੇ ਹੁਣ ਫੈਸਲਾ ਜਿਹੜਾ ਹੈਗਾ ਤਕਰੀਬਨ ਕਈ ਸਾਲਾਂ ਬਾਅਦ, ਜੇ ਕਹਿ ਲਓ ਕਿ 7 ਸਾਲਾਂ ਬਾਅਦ ਜ਼ਰੂਰ ਲਿਆ ਗਿਆ, ਪਰ ਇਹ ਉਦੋਂ ਹੀ ਤੈਅ ਹੋ ਗਿਆ ਸੀ ਕਿਉਂਕਿ ਜਦੋਂ 1000 ਦੇ ਜਾਂ 500 ਦੇ ਨੋਟ ਬੰਦ ਕੀਤੇ ਗਏ ਸੀ ਤਾਂ ਉਸ ਸਮੇਂ ਕਰੰਸੀ ਜੋ ਦੇਸ਼ ਦੇ ਵਿੱਚ ਸੀ ਉਹ ਕਾਫੀ ਘਟ ਗਈ ਸੀ। ਇਸ ਕਰਕੇ ਕਰੰਸੀ ਨੂੰ ਵਧਾਉਣ ਦੇ ਲਈ ਜਾਂ ਫਿਰ ਮਾਰਕੀਟ ਦੇ ਵਿੱਚ ਪੈਸਾ ਲੈ ਕੇ ਆਉਣ ਦੇ ਲਈ 2-2000 ਦੀ ਵੱਡੀ ਮਾਤਰਾ, ਜਿਹੜੀ ਵੱਡੀ ਵੈਲਿਊ ਦੇ ਨੋਟ ਜਿਹੜੇ ਹੈਗੇ ਆ ਉਹ ਛਾਪੇ ਗਏ ਸੀ। ਤੇ ਇਸ ਦਾ ਜਿਹੜਾ ਹੈਗਾ ਜ਼ਿਕਰ ਤਾਂ ਨੋਟਬੰਦੀ ਤੋਂ ਪਹਿਲਾਂ ਜੇਕਰ 2017 ਦੀ ਮੈਂ ਜ਼ਿਕਰ ਕਰਾਂ ਤਾਂ ਡਿਜੀਟਲ ਜਿਹੜਾ ਹੈਗਾ ਲੈਣ ਦੇਣ ਉਹ ਸਿਰਫ 9.1 ਸੀ। ਤਾਂ ਹੁਣ 2000 ਜੇਕਰ ਮੈਂ 22 ਦੀ ਰਿਪੋਰਟ ਦੀ ਗੱਲ ਕਰਾਂ ਤਾਂ 2022 ਦੇ ਵਿੱਚ ਜਿਹੜਾ ਡਿਜੀਟਲ ਲੈਣ ਦੇਣ ਹੈਗਾ ਉਹ 40.7% ਹੋ ਗਿਆ। ਯਾਨੀ ਕਿ ਡਿਜੀਟਲ ਨੂੰ ਲੋਕ ਜ਼ਿਆਦਾ ਹੁੰਗਾਰਾ ਦੇ ਰਹੇ ਨੇ।